अकाल सारिਆਂ ਨੂੰ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਫੇਰ ਸਵਾਗਤ ਹੈ ਮੇਰੇ ਚੈਨਲ ਦੇ ਉੱਪਰ ਤੇ ਅੱਜ ਦੀ ਜੋ ਸਾਡੀ ਕਲਾਸ ਹੈ ਉਹ ਕਲਾਸ 8 ਹੈ ਜੋ ਕਿ ਬੇਸਿਕਸ ਆਫ ਲਿਸਨਿੰਗ ਦੇ ਉੱਪਰ ਹੈ ਜਿੱਦਾਂ ਕਿ ਸਾਡੀ ਪ੍ਰੀਵੀਅਸ ਕਲਾਸ ਬੇਸਿਕਸ ਆਫ ਰਾਈਟਿੰਗ ਦੇ ਉੱਪਰ ਸੀ ਰੀਡਿੰਗ ਦੇ ਉੱਪਰ ਸੀ ਸੌਰੀ ਇਦਾਂ ਹੀ ਅੱਜ ਦੀ ਕਲਾਸ ਹੈ ਜੋ ਬੇਸਿਕਸ ਆਫ ਲਿਸਨਿੰਗ ਦੇ ਉੱਪਰ ਹੈ ਅੱਜ ਮੈਂ ਬਿਗਨਰ ਸਟੂਡੈਂਟਸ ਨੂੰ ਇਹ ਦੱਸੂਗੀ ਕਿ ਲਿਸਨਿੰਗ ਕਿੰਨੇ ਮਿੰਟ ਦੀ ਹੁੰਦੀ ਵੈਸੇ ਤਾਂ ਮੈਂ ਆਪਣੀ ਫਰਸਟ ਕਲਾਸ ਵਿੱਚ ਦੱਸਿਆ ਸੀ ਔਰ ਥੋੜਾ ਜਿਹਾ ਇਹਦੇ ਵਿੱਚ ਅੱਜ ਮੈਂ ਡੀਪ ਜਾਊਂਗੀ ਕਿੰਨੇ ਤਰ੍ਹਾਂ ਦੇ ਕਿਹੜੇ ਕੁਐਸਚਨ ਟਾਈਪ ਇਹਦੇ ਵਿੱਚ ਆਉਂਦੇ ਆ ਕਿਸ ਤਰ੍ਹਾਂ ਦਾ ਕਿਹੜਾ ਕੁਐਸਚਨ ਹੁੰਦਾ ਆ ਤੇ ਕਿਹੜੇ ਸੈਕਸ਼ਨ ਦੇ ਵਿੱਚ ਕਿਹੜਾ ਕੁਐਸਚਨ ਟਾਈਪ ਆਉਂਦਾ ਆ ਵੈਸੇ ਤਾਂ ਜਨਰਲੀ ਅੱਜ ਦੇ ਟਾਈਮ ਤੇ ਜੋ ਕੈਮਬਰਿਜ 16 ਐਂਡ 17 ਦਾ ਫਾਰਮੈਟ ਮੈਂ ਕਵਰ ਜੋ ਆਈਡੀਪੀ ਫੋਲੋ ਕਰਦਾ ਆ ਉਹ ਕਰੰਟਲੀ ਇਹੀ ਚੱਲ ਰਿਹਾ ਆ जो कि मैं ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦੱਸਣ ਜਾ ਰਹੀ ਹਾਂ ਠੀਕ ਹੈ ਹੁਣ ਜੀ ਤੁਸੀਂ ਜਿਹੜਾ ਸਕਰੀਨ ਦੇ ਉੱਪਰ ਦੇਖ ਰਹੇ ਹੋ ਜਿਹਦੇ ਵਿੱਚ ਕਿ 30 ਮਿੰਟਸ ਦਾ ਮੈਕਸਿਮਮ ਟਰੈਕ ਹੁੰਦਾ ਹੈ ਵੈਸੇ ਡਿਪੈਂਡ ਕਰਦਾ ਹੈ ਸਪੀਡ ਦੇ ਉੱਪਰ ਵੀ ਕਈ ਵਾਰੀ 2-4 ਮਿੰਟ ਉੱਪਰ ਵੀ ਚਲੇ ਜਾਂਦੇ ਆ ਤੇ ਘੱਟ ਤੇ ਵੀ ਖਤਮ ਹੋ ਜਾਂਦਾ ਹੈ ਟਰੈਕ ਲੇਕਿਨ ਆਪਾਂ ਮੈਕਸਿਮਮ ਜਾਂ ਐਵਰੇਜ ਔਨ ਆਪਾਂ ਕਹਿੰਦੇ ਕਿ 30 ਮਿੰਟਸ ਲੈ ਕੇ ਚੱਲਦੇ ਇਸ ਟਰੈਕ ਨੂੰ ਠੀਕ ਹੈ ਜਿੱਦਾਂ ਕਿ ਇਹ ਸੇਮ ਉਹੀ ਹੈ ਕਿ ਆਪਾਂ ਟਰੈਕ ਨੂੰ रिवाइंड नहीं कर सकते ना ही अपन फॉरवर्ड कर सकते जो एक बार चला गया हुण सानू अगे ते ही फोकस करना पैना है स्किप हो गया ठीक है सो 30 मिनट का एक ट्रैक है जिहदे विच 40 क्वेश्चन सानू दिते होणगे हुण प्लस जिहड़े लास्ट विच 10 मिनट सानू इहदे विच मिलदे ने एक्स्ट्रा इस कारण मिलदे ने कि जो आपां ट्रैक ਨੂੰ ਸੁਣਨ ਦੇ ਟਾਈਮ ਤੇ ਆਪਣੇ ਆਨਸਰਸ ਆਪਣੀ ਕੁਐਸਚਨ ਬੁਕਲੈਟ ਦੇ ਉੱਪਰ ਲਿਖੇ ਹੋਏ ਸੀ ਆਪਾਂ ਟ੍ਰਾਂਸਫਰ ਕਰ ਸਕੀਏ ਆਪਣੀ ਆਨਸਰ ਸ਼ੀਟ ਦੇ ਉੱਪਰ ਸੋ ਉਹਦੇ ਲਈ ਸਾਨੂੰ ਐਕਸਟਰਾ 10 ਮਿੰਟਸ ਮਿਲਦੇ ਨੇ ਸੋ 30 plus 10 40 ਮਿੰਟਸ ਔਨ ਐਵਰੇਜ ਐਗਜ਼ਾਮ ਹੁੰਦਾ ਸਾਡਾ ਲਿਸਨਿੰਗ ਦਾ ਐਗਜ਼ਾਮ ਠੀਕ ਹੈ ਜੀ ਇਹ ਤਾਂ ਹੋ ਗਿਆ ਹੁਣ ਟਾਈਮ ਦਾ ਹੁਣ ਅੱਗੇ ਆ ਜੀ ਆਪਣੇ ਕੁਐਸਚਨ ਟਾਈਪ ਦੇ ਉੱਪਰ ਜਿੱਦਾਂ ਕਿ ਮੈਂ ਤੁਹਾਨੂੰ ਆਪਣੀ ਵੈਰੀ ਫਰਸਟ ਕਲਾਸ ਦੇ ਵਿੱਚ ਦੱਸਿਆ ਸੀਗਾ ਕਿ ਲਿਸਨਿੰਗ ਦੇ ਵਿੱਚ ਕਿੰਨੇ ਤਰ੍ਹਾਂ ਦੇ ਕੁਐਸਚਨਸ ਆਉਂਦੇ ਆ ਆਪਣੀ ਲਿਸਨਿੰਗ ਦੇ ਵਿੱਚ ਜੋ ਆਉਂਦੇ 4 ਤਰ੍ਹਾਂ ਦੇ ਕੁਐਸਚਨਸ ਆਉਂਦੇ ਨੇ ਸਭ ਤੋਂ ਪਹਿਲਾਂ ਫਿਲ ਇਨ ਦ ਬਲੈਂਕਸ ਦੈਨ ਐਮਸੀਕਿਊਜ਼ और मल्टीपल चॉइस क्वेश्चंस ठीक है उस तो बाद जो अपना मैप एंड डायग्राम है उस तो बाद लास्ट अपना है मैच द हेडिंग्स सो ये क्वेश्चन टाइप्स होंगे हैं ये कंबाइन करके आते हैं बट एज पर आईडीपी's करंट फॉर्मेट जो फिल इन द ब्लैंक्स है वो सेक्शन ए दे विच ही ज्यादातर आ रहे ने ते सेक्शन 4 दे विच आ रहे ने सो सेक्शन ए 1 to 10 क्वेश्चन ते सेक्शन 4 31 to 40 क्वेश्चन दे फिक्स आ रहे ने आज दे टाइम ते जो मैं करंट सिनेरियो दी गल करा तां वन वर्ड ही मैक्सिमम आ रहे ने ठीक है सो 20 क्वेश्चन फिल इन द ब्लैंक से आज के टाइम पे जो फिक्स आ ही रहे हैं ਜਿਹੜੇ ਕਿ ਸਭ ਤੋਂ ਈਜ਼ੀ ਹੈ ਸਕੋਰ ਕਰਨੇ ਚਾਹੇ ਉਹ ਰੀਡਿੰਗ ਹੋਏ ਤੇ ਚਾਹੇ ਉਹ ਲਿਸਨਿੰਗ ਹੋਏ ਜਿੱਦਾਂ ਕਿ ਮੈਂ ਰੀਡਿੰਗ ਚ ਵੀ ਦੱਸਿਆ ਸੀਗਾ ਕਿ ਫਿਲ ਇਨ ਦ ਬਲੈਂਕ ਸਭ ਤੋਂ ਈਜ਼ੀ ਹੈ ਲੱਭਣੇ ਇਦਾਂ ਹੀ ਲਿਸਨਿੰਗ ਦੇ ਵਿੱਚ ਵੀ ਫਿਲ ਇਨ ਦ ਬਲੈਂਕ ਸਭ ਤੋਂ ਜ਼ਿਆਦਾ ਈਜ਼ੀ ਹੈ ਆਪਣੇ ਸੁਣਨੇ ठीक है सो मैं ਹੁਣ ਇਹੀ ਸਟੂਡੈਂਟਸ ਤੋਂ ਉਮੀਦ ਰੱਖਦੀ ਹਾਂ ਕਿ ਤੁਸੀਂ ਇਹ ਆਪਣੇ 20 ਮਾਰਕਸ ਨੂੰ ਪੱਕੇ ਕਰਕੇ ਰੱਖੋ ਹੁਣ ਅੱਗੇ ਗੱਲ ਆ ਜਾਂਦੀ ਹੈ ਆਪਣੇ ਐਮਸੀਕਿਊਜ਼ ਦੀ ਤੇ ਮੈਪ ਐਂਡ ਡਾਇਗਰਾਮ ਦੀ ਤੇ ਮੈਚ ਦ ਹੈਡਿੰਗਸ ਦੀ ਸੈਕਸ਼ਨ 2 ਤੋਂ ਸੈਕਸ਼ਨ 3 ਦੇ ਵਿੱਚ ਤਿੰਨ ਕੁਐਸਚਨ ਟਾਈਪ ਜਿਹੜੇ ਵੇਰੀ ਕਰਦੇ ਨੇ ਐਮਸੀਕਿਊਜ਼ ਮੈਚ ਦ ਹੈਡਿੰਗ ਮੈਪ ਔਰ ਡਾਇਗਰਾਮ लेट मी क्लियर यू वन थिंग ਜਿਹੜਾ ਮੈਪ ਉਹ ਫਿਕਸਡ ਨਹੀਂ ਹੈ ਉਹ ਐਵਰੀ ਟਾਈਮ ਨਹੀਂ ਆਏਗਾ ਇਹ ਕਦੀ ਕਦੀ ਆਉਂਦਾ ਹੈ ਕਿਸੇ ਐਗਜ਼ਾਮ ਦੇ ਵਿੱਚ ਆਉਂਦਾ ਹੈ ਲੇਕਿਨ ਅਕੋਰਡਿੰਗ ਟੂ ਮੀ ਅਗਰ ਕਿਸੇ ਐਗਜ਼ਾਮ ਦੇ ਵਿੱਚ ਮੈਪ ਜਾਂ ਡਾਇਗਰਾਮ ਆ ਜਾਂਦਾ ਤਾਂ ਬੋਨਸ ਪੇਪਰ ਹੁੰਦਾ ਹੈ ਕਿਉਂਕਿ ਮੇਰੇ ਹਿਸਾਬ ਨਾਲ ਮੈਪ ਤੇ ਡਾਇਗਰਾਮ ਨੂੰ ਸੋਲਵ ਕਰਨਾ ਲੋਕੇਸ਼ਨਸ ਦਾ ਬਹੁਤ ਈਜ਼ੀ ਹੁੰਦੀ ਹੈ ਠੀਕ ਹੈ ਜੀ ਹੁਣ ਸੈਕਸ਼ਨ 2 ਤੇ ਸੈਕਸ਼ਨ 3 ਹੈ ਜਿਹੜਾ ਐਮਸੀਕਿਊਜ਼ ਦਾ ਤੇ ਮੈਚ ਦਾ ਹੈਡਿੰਗਸ ਦਾ ਕੰਬੀਨੇਸ਼ਨ ਆਉਂਦਾ ਹੈ ਮੀਨਸ 11 to 30 ਕੁਐਸਚਨਸ ਦੇ ਵਿੱਚ ठीक है हुणे एमसीक्यूज भी फर्दर दो पार्ट्स ਦੇ ਵਿੱਚ ਹੁੰਦੇ ਨੇ ਇੱਕ ਤਾਂ ਹੁੰਦਾ ਕਿ ਓਨਲੀ one question we need to select from 3 or 4 options but ਇੱਕ ਹੁੰਦਾ ਕਿ 2 option we need to select from 3 to 5 options so ਇਹ ਦੋਨੋਂ ਤਰੀਕੇ ਦੇ ਨਾਲ ਆਉਂਦੇ ਨੇ 2 option selection ਵਾਲਾ ਵੀ ਆਉਂਦਾ ਤੇ 1 option selection ਵਾਲਾ ਵੀ ਆਉਂਦਾ ਬਹੁਤ ਈਜ਼ੀ ਹੁੰਦਾ ਲੇਕਿਨ ਕਈ ਬੱਚਿਆਂ ਵਾਸਤੇ ਇੱਕ ਨਾਈਟਮੇਅਰ ਹੈ ਬਟ ਮੈਂ ਆਪਣੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਨੂੰ ਵੀ ਸੋਲਵ ਕਰਨ ਦੀ ਇੱਕ ਸਟ੍ਰੈਟਜੀ ਦੱਸੂਗੀ ਬਹੁਤ ਈਜ਼ੀ ਲੱਗੇਗੀ ਜੋ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਜੀ ਹੁਣ ਆ ਜਾਓ ਆਪਣੀ ਨੈਕਸਟ ਪਾਰਟ ਤੇ ਜਿਹੜਾ ਕਿ ਫਿਲ ਇਨ ਦਾ ਬਲੈਂਕਸ ਦਾ ਪਾਰਟ ਹੈ ਤੁਸੀਂ ਜਿੱਦਾਂ ਕਿ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਫਿਲ ਇਨ ਦਾ ਬਲੈਂਕਸ ਕੁਝ ਇਸ ਤਰੀਕੇ ਦੇ ਆਉਂਦੇ ਆ ਇਹ ਵਨ ਵਰਡ ਮੈਂ ਜ਼ਿਆਦਾਤਰ ਦਿੱਤਾ ਹੈ ਇਹਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਕਰੰਟ ਫਾਰਮੈਟ ਦੇ ਹਿਸਾਬ ਨਾਲ ਇਸ ਟਾਈਮ ਤੁਹਾਨੂੰ ਸਾਰਾ ਕੁਝ ਕਲੀਅਰ ਕਰੂੰਗੀ ਠੀਕ ਹੈ ਸੋ ਇਹ ਹੈ ਸੈਕਸ਼ਨ 1 ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਇਹਦੇ ਅਕੋਰਡਿੰਗ ਥੋੜਾ ਜਿਹਾ ਚੇਂਜ ਵੀ ਹੋ ਜਾਂਦਾ ਹੁਣ ਇਹ ਤਾਂ ਫਾਰਮ ਫਿਲਿੰਗ ਹੈ ਕਈ ਵਾਰੀ ਕਿਸੇ ਹੋਰ ਤਰੀਕੇ ਦੇ ਵੀ ਆ ਜਾਂਦੇ ਲੇਕਿਨ ਆਉਂਦੇ ਜ਼ਿਆਦਾਤਰ ਵਨ ਵਰਡ ਹੀ ਹੈ ਠੀਕ ਹੈ ਤੇ ਇਹ ਹੈ ਆਪਣਾ ਸੈਕਸ਼ਨ 4 ਤੇ ਇਸ ਤਰੀਕੇ ਦਾ ਸੈਕਸ਼ਨ 4 ਆਉਂਦਾ ਸੈਕਸ਼ਨ 4 ਜ਼ਿਆਦਾਤਰ ਰਿਸਰਚ ਬੇਸਡ ਔਰ ਲੈਕਚਰ ਬੇਸਡ ਹੁੰਦਾ ਹੈ ਕਿ ਕੋਈ ਰਿਸਰਚ ਦੇ ਕੋਈ ਡਾਕੂਮੈਂਟਸ ਦੇ ਉੱਪਰ ਕੋਈ ਥਿਓਰੈਟੀਕਲ ਵਰਕ ਹੈ ਜਾਂ ਫਿਰ ਕੋਈ ਲੈਕਚਰ ਦੇ ਰਿਹਾ ਹੈ ਕੋਈ ਵੀ ਪ੍ਰੋਫੈਸਰ ਆਪਣੀ ਕਲਾਸ ਵਿੱਚ ਤਾਂ ਉਸ ਚੀਜ਼ ਦੇ ਉੱਪਰ ਬੇਸਡ ਹੁੰਦੇ ਜ਼ਿਆਦਾਤਰ ਸਾਇੰਟਿਫਿਕ ਬੇਸਡ ਹੁੰਦੇ ਆ ਰੈਸਟ ਅਗੇਨ ਉਹੀ ਵੇਰੀ ਕਰਦੇ ਆ ਕਿਸ ਤਰ੍ਹਾਂ ਦਾ ਟੌਪਿਕ ਤੁਹਾਨੂੰ ਪੇਪਰ ਦੇ ਵਿੱਚ ਆਏਗਾ ਲੇਕਿਨ again I would like to say here that it is very easy to solve this part क्योंकि आंसर बहुत ज़्यादा फोकस करके देते बोलिया जाता है बहुत ज़्यादा एम्फेसिस होते हैं आंसर के ऊपर जो भी प्रोफेसर या लैक्चरर या स्पीकर जो बोलता है ठीक है जी हूँ नैक्सट आ जाओ जी अपने एमसीक्यूज के ऊपर ये हूँ तुम अपनी स्क्रीन के ऊपर देख रहे हो मल्टीपल चॉइस क्वेश्चन ने लेकिन ये आप 2 ऑप्शन सिलेक्ट करने हैं सो इदा के आते हैं 2 ऑप्शन सिलेक्ट करने वाले ठीक है जिदा कि उपरों फॉर एग्जाम्पल साडा आंसर बी ते डी उन्हें बोलिया है करैक्ट
ਤਾਂ ਉੱਪਰੋਂ ਆਪਾਂ ਇਹ ਵਾਲਾ ਆਨਸਰ ਲਗਾ ਦਾਂਗੇ ਤੇ ਨੀਚੇ ਵਾਲੇ ਕੁਐਸਚਨ ਦੇ ਵਿੱਚ ਉਹਨੇ A ਤੇ C ਕਰੈਕਟ ਬੋਲਿਆ ਤਾਂ ਆਪਾਂ A ਤੇ C ਲਗਾ ਦਾਂਗੇ। ਲੇਕਿਨ ਉਹਨੂੰ ਲਿਖ ਤੁਸੀਂ ਕਿਸੇ ਵੀ ਤਰੀਕੇ ਸਕਦੇ ਹੋ। AC ਅਗਰ ਤੁਹਾਨੂੰ ਸਹੀ ਲੱਗਦਾ ਤਾਂ ਤੁਸੀਂ C ਤੇ A ਵੀ ਲਿਖ ਸਕਦੇ ਹੋ, ਇਨ ਐਨੀ ਆਰਡਰ ਲਿਖ ਸਕਦੇ ਹੋ, ਤੇ ਬੈਂਡਸ ਨਹੀਂ, ਮਾਰਕਸ ਨਹੀਂ ਕੱਟਣਗੇ ਤੁਹਾਡੇ, ਠੀਕ ਹੈ। ਸੋ ਇਨ ਐਨੀ ਆਰਡਰ ਤੁਸੀਂ ਲਿਖ ਸਕਦੇ ਹੋ, ਰਾਈਟ। ਅੱਗੇ ਆ ਜਾਓ, ਹੁਣ ਇਸ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ MCQs ਹੈ ਜਿਹੜੇ 1 ਆਪਾਂ ਸਿਲੈਕਟ ਕਰਨਾ ਹੈ 3 ਆਪਸ਼ਨਸ ਦੇ ਵਿੱਚੋਂ। ਇੱਕ ਇਹ ਵੀ ਕੁਐਸਚਨ ਟਾਈਪ ਆਉਂਦਾ, ਫਿਕਸ ਹੈ, ਆਉਂਦਾ ਹੀ ਆਉਂਦਾ ਆ, ਠੀਕ ਹੈ ਜੀ। ਸੋ ਇਹ ਤਾਂ ਹੋ ਗਏ ਆਪਣੇ MCQs। ਹੁਣ ਅੱਗੇ ਆ ਜਾਓ, ਇਹ ਦੇਖ ਲਓ ਤੁਸੀਂ, ਇਹ ਜੋ ਕੁਐਸਚਨ ਟਾਈਪ ਹੈ ਮੈਚ ਦਾ ਹੈਡਿੰਗ ਸੀ ਕੁਐਸਚਨ ਟਾਈਪ ਹੈ, ਠੀਕ ਹੈ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਉੱਪਰ ਇੱਕ ਲਿਸਟ ਦਿੱਤੀ ਹੁੰਦੀ ਹੈ, ਨੀਚੇ ਕੁਐਸਚਨਸ ਦਿੱਤੇ ਹੁੰਦੇ ਤਾਂ ਆਪਾਂ ਸਿਲੈਕਟ ਕਰਨੇ ਹੁੰਦੇ ਕਿ ਕਿਹੜੇ ਆਪਸ਼ਨ ਦੇ ਨਾਲ, ਕਿਹੜੇ ਕੁਐਸਚਨ ਦੇ ਨਾਲ ਕਿਹੜਾ ਆਪਸ਼ਨ ਮੈਚ ਕਰ ਰਿਹਾ ਹੈ, ਕਿਹੜੀ ਹੈਡਿੰਗ ਮੈਚ ਕਰਦੀ ਪਈ ਹੈ, ਠੀਕ ਹੈ। ਸੋ ਇਹ ਆ ਜਾਂਦੇ ਮੈਚ ਦਾ ਹੈਡਿੰਗ। ਕਈ ਵਾਰ ਕੀ ਹੁੰਦਾ ਕਿਸੇ ਪੇਪਰ ਦੇ ਵਿੱਚ 2 ਵਾਰ ਆ ਜਾਂਦੇ ਆ, 11 to ਕਈ ਵਾਰ 15 ਵੀ ਆ ਜਾਂਦੇ ਤੇ ਉਸ ਤੋਂ ਬਾਅਦ 26 to 30 ਵੀ ਆ ਜਾਂਦੇ। ਸੋ ਵੇਰੀ ਕਰਦਾ ਆ, ਹਮੇਸ਼ਾ ਸੈਕਸ਼ਨ 2 ਤੋਂ ਸੈਕਸ਼ਨ 3 ਦੇ ਜਿਹੜੇ ਕੁਐਸਚਨ ਟਾਈਪ ਹਨ ਉਹ ਵੇਰੀ ਕਰਦੇ ਆ, ਕਿੰਨੇ ਤਰ੍ਹਾਂ ਦੇ ਆਣਗੇ ਤੇ ਕਿੰਨੇ ਆਣਗੇ ਨੰਬਰਸ, ਉਹ ਸਭ ਵੇਰੀ ਕਰਦੇ ਆ, ਠੀਕ ਹੈ। ਬਟ ਫਿਕਸ ਜਿਹੜਾ ਸੈਕਸ਼ਨ 1 ਤੇ ਸੈਕਸ਼ਨ 4 ਹੀ ਰਹਿੰਦਾ ਆਲਵੇਜ਼, ਠੀਕ ਹੈ ਜੀ। ਹੁਣ ਆ ਜਾਓ ਜੀ ਆਪਾਂ ਇਹਨੂੰ ਲਿਸਨਿੰਗ ਨੂੰ ਬਿਗਨਰਸ ਵਾਸਤੇ ਕਿੱਦਾਂ ਸੁਣਨਾ ਹੈ। ਮੇਰੇ ਹਿਸਾਬ ਨਾਲ ਅਗਰ ਤੁਸੀਂ ਮੇਰੇ ਅਕੋਰਡਿੰਗ ਚੱਲੋ ਤਾਂ ਜੋ ਬਿਗਨਰਸ ਹੈ ਜਿਨ੍ਹਾਂ ਨੇ ਹਲੇ ਲਿਸਨਿੰਗ ਸਟਾਰਟ ਹੀ ਕੀਤੀ ਹੈ ਜਾਂ ਸਟਾਰਟ ਕਰਨੀ ਹੈ, ਉਹ ਫਿਲਹਾਲ ਕੁਛ ਨਾ ਕਰਨ, ਉਹ ਸਿਰਫ ਆਪਣੇ ਫਿਲ ਇਨ ਦਾ ਬਲੈਂਕਸ ਉੱਪਰ ਫੋਕਸ ਕਰਨ, ਸਿਰਫ ਆਪਣੀ ਫਿਲ ਇਨ ਦਾ ਬਲੈਂਕ ਸਪੈਸ਼ਲ ਲਿਸਨਿੰਗ ਕੱਢਣ ਤੇ ਪਹਿਲਾਂ ਉਹਦੇ ਵਿੱਚ ਪਰਫੈਕਟ ਹੋਣ। ਸੈਕਸ਼ਨ 1 ਤੇ ਸੈਕਸ਼ਨ 4 ਨੂੰ ਆਪਣਾ ਟਾਰਗੇਟ ਬਣਾ ਕੇ ਚੱਲਣ, ਠੀਕ ਹੈ। ਹੁਣ ਜਿਹੜੇ ਸਟੂਡੈਂਟਸ ਐਡਵਾਂਸ ਤੇ ਆ ਗਏ ਨੇ ਤੇ ਸਟਿਲ ਉਹ 7.5 ਤੋਂ ਉੱਪਰ ਸਕੋਰ ਨਹੀਂ ਕਰ ਪਾ ਰਹੇ ਜਾਂ 6.5 ਤੋਂ ਉੱਪਰ ਸਕੋਰ ਨਹੀਂ ਕਰ ਪਾ ਰਹੇ, ਉਹਨਾਂ ਵਾਸਤੇ ਵੀ ਮੈਂ ਇਹੀ ਆਪਸ਼ਨ ਰੱਖੂੰਗੀ, ਆਪਣਾ ਸੈਕਸ਼ਨ 1 ਤੇ ਸੈਕਸ਼ਨ 4 ਪਹਿਲਾਂ ਪੱਕੇ ਕਰੋ। 20 ਕੁਐਸਚਨਸ ਆਪਾਂ ਇਹਦੇ ਵਿੱਚ ਪਹਿਲਾਂ ਆਪਣੇ ਆਨਸਰਸ ਮਾਰਕਸ ਪੱਕੇ ਕਰੀਏ ਕਿ ਆਪਾਂ ਇਹਨਾਂ ਚੋਂ ਕੁਝ ਨਹੀਂ ਗਲਤ ਹੋਣ ਦੇਣਾ, ਕਿਉਂਕਿ ਇਹ ਬਹੁਤ ਈਜ਼ੀ ਹੁੰਦੇ ਸੁਣਨੇ। ਅਗੇਨ ਮੈਂ ਉਹੀ ਕਹੂੰਗੀ, ਸੈਕਸ਼ਨ 4 ਦੇ ਉੱਪਰ, ਸੈਕਸ਼ਨ 4 ਦੇ ਆਨਸਰਸ ਦੇ ਉੱਪਰ ਹਮੇਸ਼ਾ ਫੋਕਸ ਕਰਦਾ ਹੈ ਸਪੀਕਰ। ਧਿਆਨ ਨਾਲ ਸੁਣਿਆ ਕਰੋ ਕਿ ਉਹਨੇ ਕਿਸ ਆਨਸਰ ਦੇ ਉੱਪਰ ਫੋਕਸ ਕੀਤਾ ਹੈ, ਠੀਕ ਹੈ। ਹੁਣ ਬਾਕੀ ਰਹਿ ਗਏ ਰੈਸਟ 20 ਕੁਐਸਚਨਸ ਜਿਹੜੇ ਕਿ MCQs ਦੇ ਤੇ ਮੈਚ ਦਾ ਹੈਡਿੰਗ ਸੇ ਹੈ, ਉਹਨਾਂ ਦੇ ਉੱਪਰ ਤੁਸੀਂ ਬਾਅਦ ਦੇ ਵਿੱਚ ਆਓ, ਪਹਿਲਾਂ ਆਪਣੇ ਫਿਲ ਇਨ ਦਾ ਬਲੈਂਕਸ ਨੂੰ ਪੱਕੇ ਕਰੋ, ਠੀਕ ਹੈ। ਹੁਣ ਅੱਗੇ MCQs ਤੇ ਮੈਚ ਦਾ ਹੈਡਿੰਗ ਤੇ ਮੈਪ ਜਾਂ ਡਾਇਗਰਾਮ ਨੂੰ ਸੋਲਵ ਕਰਨ ਦੀ ਕੀ ਟੈਕਨੀਕਸ ਨੇ ਮੈਂ ਆਪਣੀ ਅਗਲੀ ਕਲਾਸ ਦੇ ਵਿੱਚ ਤੁਹਾਨੂੰ ਦੱਸੂਗੀ। ਬਟ ਜੋ ਮੇਰੀ ਅਗਲੀ ਕਲਾਸ ਹੋਏਗੀ ਫਿਲਹਾਲ ਉਹ ਸਪੀਕਿੰਗ ਦੀ ਹੋਏਗੀ, ਕਿਉਂਕਿ ਸਪੀਕਿੰਗ ਦੀ ਕਲਾਸ ਖਤਮ ਕਰਨ ਤੋਂ ਬਾਅਦ ਮੇਰੇ ਸਾਰੇ ਮੋਡਿਊਲਸ ਦੀ ਇੱਕ ਕਲਾਸ ਹੋ ਜਾਏਗੀ। ਉਸ ਤੋਂ ਬਾਅਦ ਆਪਾਂ ਐਡਵਾਂਸ ਆਵਾਂਗੇ ਪਾਰਟ ਬਾय ਪਾਰਟ ਹਰ ਮੋਡਿਊਲ ਦੇ ਉੱਪਰ, ਠੀਕ ਹੈ। ਸੋ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਮੇਰੀ ਇਹ ਵੀਡੀਓ ਦੇ ਵਿੱਚ ਕੁਝ ਨਾ ਕੁਝ ਤਾਂ ਪਤਾ ਲੱਗਾ ਹੋਏਗਾ ਕਿ ਆਪਾਂ ਕਿੱਦਾਂ ਇਹਨੂੰ ਸੋਲਵ ਕਰਨਾ ਸ਼ੁਰੂ ਕਰੀਏ। ਜਾਂ ਲਿਸਨਿੰਗ ਇੱਕ ਇਦਾਂ ਦਾ ਮੋਡਿਊਲ ਹੈ ਜਿਹਦੇ ਚੋਂ ਤੁਸੀਂ ਹਾਇਰ ਤੋਂ ਹਾਇਰ ਬੈਂਡਸ ਜਿਹੜੇ ਉਹ ਸਕੋਰ ਕਰ ਸਕਦੇ ਹੋ, ਔਰ ਬਹੁਤ ਈਜ਼ੀ ਹੈ ਸਕੋਰ ਕਰਨੇ। ਜਸਟ ਇਟ ਆਲ ਡਿਪੈਂਡਸ ਅਪਨ ਯੋਰ ਪ੍ਰੈਕਟਿਸ ਐਜ਼ ਵੈਲ ਐਜ਼ ਤੁਹਾਡੀ ਕਨਸੈਂਟਰੇਸ਼ਨ ਕਿਸ ਲੈਵਲ ਦੀ ਹੈ ਤੇ ਉਸ ਤੋਂ ਬਾਅਦ ਤੁਹਾਡੀ ਕਲੈਰਿਟੀ ਕਿਸ ਲੈਵਲ ਦੀ ਹੈ, ਟਿਪਸ ਐਂਡ ਟੈਕਨੀਕਸ ਤੁਸੀਂ ਕਿਸ ਤਰ੍ਹਾਂ ਦੇ ਯੂਜ਼ ਕਰਦੇ ਹੋ, ਠੀਕ ਹੈ। ਧੰਨਵਾਦ ਤੁਹਾਡਾ ਬਹੁਤ ਬਹੁਤ।